त्याग ते बैराग दी मूरत, बलिदान दे पुंज, नौवीं पातशाही साहिब श्री गुरु तेग बहादुर जी। तेग बहादुर से मारे। गुरु साहब दे प्रकाश की चौथी शताब्दी नूं समर्पित उन्हां वल्लों उच्चारण कीती पावन गुरबाणी दी कथा विचार। उन्हां नाल संबंधित अस्थानां दी महत्ता ते उन्हां दा इतिहास लड़ीवार पेंट कीता जा रहा है। सब थाई होए सहाय। आओ समय दा लाहा लेंदे हुए गुर इतिहास तो जाणू होइए। तेग बहादुर से मारे। वाहिगुरु जी बेसुमार अथाह अगणित अतुल्य, ज्यों बुलावो त्यों नानक दास बोले। धन वाहिगुरु साहिब जीओ, झूठै मान कहा करै, जग सुपने ज्यो जान, इनमें कछु तेरो नहीं, नानक कहयो बखान। झूठे मान कहा करे, जग सुपने ज्यो जान, इनमें कछ तेरो नहीं, नानक कहयो बखान। वाहिगुरु जी का खालसा, वाहिगुरु जी की फतेह। धन धन साहिब सतगुरु श्री गुरु ग्रंथ साहिब महाराज सच्चे पातशाह जी की कृपा मेहर सदका गरीब नवाज पातशाह धन धन साहिब सतगुरु गुरु तेग बहादुर महाराज सच्चे पातशाह जी की पवित्र बाणी के श्लोकों की विचार आप जी गुरु के सवारू श्रवण कर रहे हो। अज का ये पवित्र श्लोक पातशाह जी का 41वां श्लोक है। इस विच धन गुरु तेग बहादुर महाराज सच्चे पातशाह जी ने की उपदेश बख्शिश किया, की कृपा की। इस पवित्र वचन की विचार आरंभ करन तो पहला सारे एक बारी रचना करो पवित्र, गज के आखो जी सतनाम श्री वाहिगुरु साहिब जीओ। साध संगत जीओ, साहिब सतगुरु गुरु तेग बहादुर महाराज जी ने वचन किया है, झूठे मान कहाँ करे, जग सुपने ज्यों जान। इसका अर्थ है, ए बंदिया तू कादे लई झूठा मान करदा है। ये जगत तां एक सुपने की तरह है, इनमें कछ तेरो नहीं, नानक कहयो बखान। धन गुरु तेग बहादुर महाराज सच्चे पातशाह जी कहते ने, तैनू मैं ये गल चंगी तरह विख्यान करके दस रहा हाँ कि झूठे मान बिल्कुल नहीं करने चाहिए, क्योंकि जगत एक सुपने की तरह है। ਇਹਦੇ ਵਿੱਚੋਂ कुछ हथ विच आउण वाला नहीं है। साध संगत जीओ, इस पवित्र श्लोक विच जगत की तुलना पातशाह जी ने सुपने नाल दिती है। सुपना जिन्ना चिर बंदा गूढ़ी नींद विच हुंदा है,
ਉਸ ਗੂੜੀ ਨੀਂਦ ਵਿੱਚ ਮਨੁੱਖ ਨੂੰ ਸੁਪਨਾ ਆਉਂਦਾ ਹੈ। ਕਈ ਵਾਰੀ ਸੁਪਨਾ ਵਿੱਚ ਉਹ ਭਿਖਾਰੀ ਤੋਂ ਰਾਜਾ ਬਣਿਆ ਹੁੰਦਾ ਹੈ। ਜਿੰਨਾ ਚਿਰ ਸੁਪਨਾ ਚੱਲਦਾ ਹੈ ਉਹਨਾਂ ਚਿਰ ਤੱਕ ਇਹ ਉਸ ਸੁਪਨੇ ਵਿੱਚ ਬੜਾ ਖੁਸ਼ ਹੋਇਆ ਰਾਜ ਭਾਗ ਮਾਣਦਾ ਹੈ, ਹੁਕਮ ਚਲਾਉਂਦਾ ਹੈ। ਇਹਦੇ ਗੱਲਾਂ ਲੋਕ ਮੰਨਦੇ ਹਨ, ਇਹ ਲੋਕਾਂ ਨੂੰ ਆਪਣੇ ਆਰਡਰ ਸੁਣਾਉਂਦਾ ਹੈ। ਇਹ ਸਾਰਾ ਕੁਝ ਸੁਪਨੇ ਵਿੱਚ ਵੇਖ ਵੇਖ ਕੇ ਇਹ ਬੜਾ ਆਨੰਦ ਪ੍ਰਸੰਨ ਹੁੰਦਾ। ਪਰ ਜਦੋਂ ਜਾਗ ਖੁੱਲ੍ਹੀ, ਨੀਂਦ ਉਗੜੀ, ਸੁਪਨਾ ਟੁੱਟ ਗਿਆ। ਜਦੋਂ ਸੁਪਨਾ ਟੁੱਟਿਆ ਤਾਂ ਪਾਤਸ਼ਾਹ ਜੀ ਨੇ ਬਚਨ ਕਹਿ ਵੀ ਉਦੋਂ ਜਿਹੜਾ ਇਹ ਭਿਖਾਰੀ ਰਾਜਾ ਬਣਿਆ ਸੀ, ਇਹ ਉੱਠ ਕੇ ਸੁਪਨੇ ਤੋਂ ਬਹੁਤ ਦੁਖੀ ਹੋਇਆ ਤੇ ਮਹਿਸੂਸ ਕਰਨ ਲੱਗਾ ਜੋ ਕੁਝ ਮੈਂ ਸੁਪਨੇ ਵਿੱਚ ਮਾਣਿਆ ਸੀ, ਜੋ ਕੁਝ ਮੈਂ ਸੁਪਨੇ ਵਿੱਚ ਵੇਖਿਆ ਸੀ, ਇਹ ਉਹ ਤਾਂ ਹੈ ਨਹੀਂ, ਮੈਂ ਅਸਲ ਵਿੱਚ ਕੁਝ ਹੋਰ ਹਾਂ, ਮੈਂ ਤਾਂ ਭਿਖਾਰੀ ਦਾ ਭਿਖਾਰੀ ਹਾਂ। ਇਸ ਗੱਲ ਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਬੜੇ ਭਾਵਪੂਰਤ ਸ਼ਬਦਾਂ ਵਿੱਚ ਗੁਰੂ ਕੇ ਸਵਾਰੋਂ ਵਿਖਿਆਨ ਕੀਤਾ ਹੈ। ਭਗਤ ਜੀ ਕਹਿੰਦੇ ਨੇ, ਕਹਿੰਦੇ ਇੱਕ ਰਾਜਾ ਭਿਖਾਰੀ ਸੁਪਨੇ ਵਿੱਚ ਭਿਖਾਰੀ ਬਣ ਗਿਆ। ਦਾਸ ਨੇ ਪਹਿਲਾਂ ਜਿਹੜੀ ਉਦਾਹਰਨ ਦਿੱਤੀ ਵੀ ਭਿਖਾਰੀ ਰਾਜਾ ਹੋ ਗਿਆ, ਗੱਲ ਸੁਪਨੇ ਦੀ ਹੈ। ਭਿਖਾਰੀ ਤੋਂ ਨੂੰ ਸੁਪਨਾ ਰਾਜੇ ਦਾ ਆ ਜਾਏ ਤਾਂ ਵੀ ਗੱਲ ਉਹੀ ਹੈ, ਤੇ ਜੇ ਰਾਜੇ ਨੂੰ ਸੁਪਨਾ ਭਿਖਾਰੀ ਦਾ ਆ ਜਾਏ ਉਦਾਹਰਨ ਤਾਂ ਵੀ ਉਹੀ ਹੈ। ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਨੇ ਵੀ ਇੱਕ ਰਾਜਾ ਰਾਤ ਨੂੰ ਆਰਾਮ ਫਰਮਾ ਰਿਹਾ, ਗੂੜੀ ਨੀਂਦ ਵਿੱਚ ਉਸ ਨੂੰ ਸੁਪਨਾ ਆਇਆ। ਉਸ ਗੂੜੀ ਨੀਂਦ ਵਿੱਚ ਆਏ ਹੋਏ ਸੁਪਨੇ ਵਿੱਚ ਉਹ ਭਿਖਾਰੀ ਬਣ ਗਿਆ। ਭਿਖਾਰੀ ਬਣ ਕੇ ਦਰ ਦਰ ਤੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਭੀਖ ਮੰਗਦਾ ਹੈ। ਲੋਕਾਂ ਤੋਂ ਜਦੋਂ ਭੀਖ ਮੰਗਦਾ, ਦੁੱਖ ਪਾਉਂਦਾ ਹੈ, ਕੋਈ ਉਹਦੇ ਖੱਪਰ ਵਿੱਚ ਭੀਖ ਪਾ ਦਿੰਦਾ ਹੈ, ਕੋਈ ਉਹਨੂੰ ਇਨਕਾਰ ਕਰ ਦਿੰਦਾ ਹੈ, ਤਾਂ ਉਹ ਬੜਾ ਦੁਖੀ ਹੁੰਦਾ ਹੈ। ਤਾਂ ਕਹਿੰਦੇ ਨੇ ਐਸਾ ਦੁੱਖ ਮਾਣਦਾ, ਹਾਲਾਂਕਿ ਉਹਦੇ ਕੋਲ ਰਾਜ ਭਾਗ ਹੈ, ਸਭ ਕੁਝ ਹੈ, ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਇੰਨਾ ਦੁਖੀ ਹੈ ਕਿ ਮੈਂ ਭਿਖਾਰੀ ਕਿਉਂ ਹਾਂ, ਕਿਉਂਕਿ ਵਾਸਤਵ ਵਿੱਚ ਤਾਂ ਉਹ ਰਾਜਾ ਹੈ, ਪਰ ਭਿਖਾਰੀ ਤਾਂ ਉਹ ਗੂੜੇ ਨੀਂਦ ਵਿੱਚ ਹੈ, ਉਹਦੇ ਵਿੱਚ ਸੁਪਨਾ ਆਇਆ ਹੈ। ਹੁਣ ਸੁਪਨਾ ਨੀਂਦ ਨਾਲ ਜੁੜਿਆ, ਨੀਂਦ ਟੁੱਟੇ, ਸੁਪਨਾ ਖਤਮ ਹੋਵੇ, ਫਿਰ ਉਹਨੂੰ ਪਤਾ ਲੱਗੇ ਮੈਂ ਤਾਂ ਬਾਦਸ਼ਾਹ ਹਾਂ, ਮੈਂ ਰਾਜਾ ਹਾਂ, ਮੈਨੂੰ ਦੁਖੀ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਉਹ ਸੁਪਨੇ ਵਿੱਚ ਭਿਖਾਰੀ ਹੋਇਆ ਦੁੱਖ ਪਾਉਂਦਾ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਭਰਮ ਐਸਾ ਹੈ, ਅਗਿਆਨਤਾ ਐਸੀ, ਉਹਨਾਂ ਨੇ ਬਚਨ ਕੀਤਾ ਨਰਪਤ ਏਕ ਸਿੰਘਾਸਨ ਸੋਇਆ। ਇਹਦਾ ਮਤਲਬ ਹੈ ਨਰਪਤ ਇੱਕ ਬਾਦਸ਼ਾਹ ਸਿੰਘਾਸਨ ਤੇ ਆਰਾਮ ਕਰਨ ਲੱਗ ਪਿਆ। ਉਸ ਗੂੜੀ ਨੀਂਦ ਵਿੱਚ ਉਸ ਨਰਪਤ ਨੂੰ, ਉਸ ਰਾਜੇ ਨੂੰ ਸੁਪਨਾ ਆ ਗਿਆ, ਤੇ ਸੁਪਨਾ ਆਇਆ ਭਿਖਾਰੀ ਹੋਣ ਦਾ। ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਕਹਿੰਦੇ ਸੁਪਨਾ ਉਸ ਨੂੰ ਆਇਆ ਤੇ ਸੁਪਨੇ ਵਿੱਚ ਉਹ ਭਿਖਾਰੀ ਹੋ ਗਿਆ। ਜਦੋਂ ਸੁਪਨੇ ਵਿੱਚ ਭਿਖਾਰੀ ਹੋਇਆ ਤੇ ਦੁੱਖ ਪਾਉਂਦਾ, ਕਹਿੰਦੇ ਉਹਨਾਂ ਨੇ ਅਗਲਾ ਬਚਨ ਕਿਹਾ ਅਛਤ ਰਾਜ। ਅਛਤ ਦਾ ਮਤਲਬ ਹੈ ਹੁੰਦਿਆਂ ਸੁੰਦਿਆਂ, ਰਾਜ ਦੇ ਹੁੰਦਿਆਂ ਸੁੰਦਿਆਂ। ਅਛਤ ਰਾਜ ਵਿਚਰਤ ਦੁੱਖ ਪਾਇਆ, ਰਾਜ ਭਾਗ ਦੇ ਹੁੰਦਿਆਂ ਸੁੰਦਿਆਂ ਉਹ ਸੁਪਨੇ ਵਿੱਚ ਰਾਜ ਭਾਗ ਤੋਂ ਦੂਰ ਹੋ ਕੇ ਦੁੱਖ ਪ੍ਰਾਪਤ ਕਰਦਾ ਹੈ। ਅਚਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਕਹਿ ਲਗੇ ਉਹੀ ਸਾਡੀ ਅਵਸਥਾ ਹੈ, ਉਹੀ ਸਾਡੀ ਹਾਲਤ ਹੈ। ਅਸੀਂ ਸੁਪਨੇ ਵਿੱਚ ਜਿਉਂਦੇ ਹਾਂ, ਜਗਤ ਵੀ ਇੱਕ ਸੁਪਨਾ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਜੀਵਨ ਐਸਾ ਜਿਵੇਂ ਸੁਪਨਾ ਹੈ, ਇਦੋਂ ਵੱਧ ਕੋਈ ਹੋਰ ਚੀਜ਼ ਨਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਵੇਂ ਸੁਪਨੇ ਵਿੱਚ ਰਾਜਾ ਭਿਖਾਰੀ ਹੋ ਕੇ ਦੁੱਖ ਪਾਉਂਦਾ ਹੈ, ਜਾਂ ਇਹਦਾ ਦੂਸਰਾ ਅਰਥ ਦੂਜੇ ਪਾਸੋਂ ਵੇਖ ਲਿਓ, ਭਿਖਾਰੀ ਰਾਜਾ ਬਣ ਕੇ
ਆਪਣੇ ਆਪ ਨੂੰ ਬੜਾ ਸਮਝਦਾ ਕਿ ਮੈਂ ਵਾਸਤਵ ਵਿੱਚ ਰਾਜਾ ਵਾਂ, ਉਹਨੂੰ ਉੱਠ ਕੇ ਦੁੱਖ ਪ੍ਰਤੀਤ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਜਗਤ ਵੀ ਐਸਾ ਹੈ ਸੁਪਨੇ ਵਰਗਾ, ਅਗਿਆਨਤਾ ਦੇ ਅੰਧੇਰੇ ਵਿੱਚ ਤੂੰ ਸੁਪਨਾ ਲੈ ਰਿਹਾ ਹੈ। ਤੂੰ ਗਿਆਨੀ ਪੁਰਸ਼ ਨਹੀਂ ਹੈ, ਅਗਿਆਨਤਾ ਵਿੱਚ ਹੈ। ਤੈਨੂੰ ਅਗਿਆਨਤਾ ਵਿੱਚ ਲੱਗਦਾ ਕਿ ਜੋ ਕੁਝ ਮੈਂ ਵੇਖਦਾ, ਜੋ ਕੁਝ ਮੈਂ ਮਾਣਦਾ, ਜੋ ਕੁਝ ਮੈਂ ਸੁਣਦਾ, ਜੋ ਕੁਝ ਮੈਂ ਹੰਡਾਨਾ, ਇਹੀ ਸੱਚ ਹੈ, ਤਾਂ ਇਹਨੇ ਹੀ ਮੇਰੇ ਨਾਲ ਜਾਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਸਜਣਾ ਇਹ ਇੱਕ ਬਹੁਤ ਵੱਡੀ ਤੈਨੂੰ ਭੁਲੇਖਾ ਹੈ। ਇਹ ਸੁਪਨਾ ਤੂੰ ਵੇਖ ਰਿਹਾ ਹੈ, ਤੇ ਸੁਪਨਾ ਕਦੀ ਸੱਚ ਨਹੀਂ ਹੋਇਆ ਕਰਦਾ। ਸੁਪਨਾ ਝੂਠ ਹੈ, ਸੁਪਨਾ ਸੱਚ ਨਹੀਂ। ਸੁਪਨਾ ਜੁੜਿਆ ਹੈ ਗੂੜੀ ਨੀਂਦ ਨਾਲ। ਜਿੱਦਣ ਗੂੜੀ ਨੀਂਦ ਟੁੱਟ ਜਾਏਗੀ, ਸੁਪਨਾ ਬਿਖਰ ਜਾਏਗਾ, ਖਤਮ ਹੋ ਜਾਏਗਾ। ਜਗਤ ਵੀ ਸੁਪਨਾ ਹੈ। ਇਹ ਤੈਨੂੰ ਸੁਪਨਾ ਉਸ ਵੇਲੇ ਲੱਗੇਗਾ ਜਿਸ ਵੇਲੇ ਤੂੰ ਅਗਿਆਨਤਾ ਦੀ ਨੀਂਦ ਤੋਂ ਉਗੜ ਜਾਏਗਾ। ਜਿੰਨਾ ਚਿਰ ਅਗਿਆਨਤਾ ਹੈ ਉਹਨਾਂ ਚਿਰ ਬੰਦਾ ਜਗਤ ਨੂੰ ਸੱਚ ਸਮਝਦਾ ਹੈ, ਸੰਸਾਰ ਨੂੰ ਸਭ ਕੁਝ ਜਾਣਦਾ ਹੈ। ਪਰ ਜਦੋਂ ਗੁਰੂ ਪਰਮੇਸ਼ਵਰ ਕਿਰਪਾ ਕਰ ਦਿੰਦੇ ਨੇ ਤਾਂ ਫਿਰ ਇਸ ਨੂੰ ਪਤਾ ਲੱਗਦਾ ਵੀ ਨਹੀਂ, ਇਹ ਕਹਾਣੀ ਕੁਝ ਸੱਚ ਨਹੀਂ ਹੈ, ਇਹ ਅਟਲ ਨਹੀਂ ਹੈ, ਇਹ ਕੁਝ ਹੋਰ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪ ਇਹਨਾਂ ਤਪ ਕਮਾਈ ਕੀਤੀ, ਨਾਮ ਦੀ ਕਮਾਈ ਕੀਤੀ, ਬੰਦਗੀ ਕੀਤੀ, ਔਰ ਉਸ ਬੰਦਗੀ ਕਰਕੇ ਗੁਰੂ ਕੇ ਸਵਾਰੋ ਉਸ ਪਰਮ ਪਿਤਾ ਪਰਮੇਸ਼ਵਰ ਵਿੱਚ ਆਪੇਦ ਹੋਏ। ਕੋਈ ਵੀ ਪਰਦਾ ਨਹੀਂ ਬਾਕੀ ਰਿਹਾ। ਜਦੋਂ ਹੁਣ ਗਿਆਨ ਹੈ ਤਾਂ ਸਮਝ ਆ ਗਈ ਵੀ ਇਹ ਤੇ ਸੁਪਨਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਰੂਪੀ ਸੁਪਨੇ ਵਿੱਚ ਗਵਾਚੇ ਹੋਏ ਬੰਦੇ ਨੂੰ ਕਹਿੰਦੇ ਨੇ, ਬੰਦਿਆ ਇਹਦੇ ਨਾਲ ਤੂੰ ਧੋਖਾ ਨਾ ਕਰੀ, ਇਹਦੇ ਪਿੱਛੇ ਆਪਣੀ ਜ਼ਿੰਦਗੀ ਨਾਲ ਧੋਖਾ ਨਾ ਕਰ ਜਾਏ। ਇਹ ਵੇਖਣ ਵਿੱਚ ਕੁਝ ਹੋਰ ਹੈ, ਅਸਲ ਵਿੱਚ ਕੁਝ ਹੋਰ ਹੈ, ਇਹ ਸਥਿਰ ਨਹੀਂ ਹੈ। ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅੱਜ 41ਵੇਂ ਸ਼ਲੋਕ ਵਿੱਚ ਇਹ ਕਿਰਪਾ ਕਰਦੇ ਨੇ ਵੀ ਕਾਹਦਾ ਇਹਦੇ ਤੇ ਮਾਣ ਕਰਦਾ। ਮਾਣ ਤਾਂ ਉਸ ਚੀਜ਼ ਤੇ ਕਰੀਏ ਜਿਹੜੀ ਸਥਿਰ ਹੋਵੇ, ਜਿਹੜੀ ਅਟਲ ਹੋਵੇ, ਜਿਹੜੀ ਸਾਥ ਦੇਣ ਵਾਲੀ ਹੋਵੇ। ਤੇ ਜਿਹੜੀ ਬਿਖਰਨ ਵਾਲੀ ਹੈ, ਜਿਹਦਾ ਭਰੋਸਾ ਹੀ ਕੋਈ ਨਹੀਂ ਹੈ, ਜਿਹਦਾ ਵਿਸ਼ਵਾਸ ਹੀ ਕੋਈ ਨਹੀਂ ਹੈ, ਉਹਦਾ ਕੀ ਭਰੋਸਾ ਕਰਨਾ, ਉਹਦੇ ਤੇ ਕਾਹਦੀ ਟੇਕ ਰੱਖਣੀ, ਉਹਦੇ ਤੇ ਕਾਹਦਾ ਉਹਨੂੰ ਆਪਣਾ ਸਹਾਰਾ ਬਣਾਉਣਾ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਝੂਠੇ ਮਾਨ ਕਹਾਂ ਕਰੈ, ਕਾਹਦੇ ਲਈ ਕਰਦਾ ਮਾਨ ਝੂਠੇ। ਬੰਦਿਆ ਦੱਸ, ਜਗ ਸੁਪਨੇ ਜਿਉ ਜਾਨ, ਇਸ ਜਗਤ ਨੂੰ ਸੁਪਨੇ ਵਰਗਾ ਸਮਝ। ਇਹ ਸਮਝ ਵੀ ਜਿਵੇਂ ਸੁਪਨਾ ਆ ਰਿਹਾ, ਮੈਂ ਸੁਪਨਾ ਲੈ ਰਿਹਾ, ਮੇਰੀ ਉਮਰ ਜੇ ਰੱਬ ਨੇ 60-70 ਵਰੇ ਜਾਂ 100 ਵਰਾ ਦਿੱਤੀ ਹੈ, ਜਿੰਨੀ ਵੀ ਉਮਰ ਦਿੱਤੀ ਹੈ, ਸਮਝੀ ਕਿ ਮੈਂ ਇਸ ਸੁਪਨੇ ਵਿੱਚ ਜਿਉ ਰਿਹਾ। ਇਹ ਜਗਤ ਇੱਕ ਸੁਪਨਾ ਹੀ, ਇਹ ਸੁਪਨਾ ਝੂਠ ਹੈ। ਤਾਂ ਗੁਰੂ ਸਾਹਿਬ ਜੀ ਨੇ ਤਾਂ ਹੀ ਇਹਨੂੰ ਝੂਠ ਨਾਲ ਤਸ਼ਬੀਹ ਦਿੱਤੀ। ਉਹ ਕਹਿੰਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਇਸੇ ਤਰ੍ਹਾਂ ਕਹਿੰਦੇ ਸਭ ਕੁਝ ਝੂਠ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਇਸ ਕੂੜ ਪਿੱਛੇ, ਇਸ ਸੁਪਨੇ ਪਿੱਛੇ ਇਹ ਜਗਤ ਝੂਠਾ ਹੈ। ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਤੇ ਕਹਿੰਦੇ ਨੇ ਰੱਬ ਨਾਲ ਨੇ ਤੋੜ ਦਿੱਤਾ ਤੇ ਝੂਠ ਨਾਲ ਨੇ ਪਾਲਿਆ, ਪਿਆਰ ਪਾਲਿਆ। ਇਹ ਸਿਆਣਪ ਹੈ। ਕਹਿੰਦੇ ਨਹੀਂ, ਇਹ ਅਕਲਮੰਦੀ ਨਹੀਂ ਹੈ, ਸਿਆਣਪ ਨਹੀਂ ਹੈ। ਸਿਆਣਪ ਤਾਂ ਇਹ ਹੈ ਬੰਦਾ ਅਸਲੀਅਤ ਨੂੰ ਸਮਝੇ, ਅਸਲੀਅਤ ਨੂੰ ਜਾਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਇਹ ਸੁਪਨਾ ਹੈ ਜਗਤ, ਇਹਦੇ ਪਿੱਛੇ ਆਪਣੇ ਆਪ ਨੂੰ ਕਦੀ ਵੀ ਖੁਆਰ ਨਾ ਕਰੇ। ਝੂਠਾ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਨ, ਜਗਤ ਨੂੰ ਸੁਪਨੇ ਵਤ ਜਾਣ। ਬਚਨ ਕਹਿੰਦੇ ਨੇ ਇਨ ਮੈਂ ਕੱਚ ਤੇਰੋ ਨਹੀਂ। ਆ ਜੋ ਕੁਝ ਤੂੰ ਵੇਖਦਾ
ਮਹਿਲ ਮਾੜੀਆਂ, ਘਰ, ਜ਼ਮੀਨਾਂ, ਜਾਇਦਾਦਾਂ, ਜੋ ਕੁਝ ਤੂੰ ਵੇਖਦਾ ਹੈ ਔਰ ਜੋ ਕੁਝ ਤੂੰ ਇਸ ਸਰੀਰ ਦੇ ਨਾਲ ਹੰਡਾਨਾ ਹੈ, ਇਹ ਚੇਤੇ ਰੱਖੀ ਇਹਨਾਂ ਵਿੱਚ ਕੋਈ ਵੀ ਤੇਰਾ ਨਹੀਂ ਹੈ। ਕਿਉਂ? ਕਿਉਂਕਿ ਜੋ ਕੁਝ ਤੇਰੇ ਕੋਲੇ ਅੱਜ, ਇਹ ਪਹਿਲਾਂ ਕਿਸੇ ਹੋਰ ਕੋਲ ਸੀ। ਅੱਜ ਤੇਰੇ ਕੋਲ ਹੈ, ਸਮਾਂ ਪਾ ਕੇ ਇਹ ਤੇਰੇ ਕੋਲ ਵੀ ਨਹੀਂ ਰਹੇਗਾ, ਕਿਸੇ ਹੋਰ ਕੋਲ ਹੋਵੇਗਾ। ਇਹਦਾ ਸੁਭਾਅ ਇੱਕ ਕੋਲ ਰਹਿਣਾ ਨਹੀਂ ਹੈ, ਇਹ ਤਿਸਲਣ ਵਾਲਾ ਇਸ ਦਾ ਸੁਭਾਅ ਹੈ। ਤਾਂ ਪਾਤਸ਼ਾਹ ਜੀ ਬਚਨ ਕਹਿੰਦੇ ਨੇ ਵੀ ਤੂੰ ਇਹਦੇ ਪਿੱਛੇ ਕਿਉਂ ਖੁਆਰ ਹੋਣਾ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਦੋਸਤੀ ਕਾਹਦੇ ਨਾਲ ਕਰਨੀ? ਇਹ ਤੇ ਸਾਰਾ ਚਲਾਏ ਮਾਣ ਹੈ, ਸਭ ਝੂਠ ਹੈ। ਤਾਂ ਸਤਿਗੁਰੂ ਕਹਿੰਦੇ ਨੇ ਇਨ ਮੈਂ ਕੱਚ ਤੇਰੋ ਨਹੀਂ, ਕੁਝ ਵੀ ਤੇਰਾ ਨਹੀਂ ਹੈ। ਇਹ ਅਟਲ ਸਚਾਈ ਹੈ, ਕੁਝ ਵੀ ਤੇਰਾ ਨਹੀਂ ਹੈ। ਨਾਨਕ ਕਹਿਓ ਬਖਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਨਾਨਕ, ਗੁਰੂ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੋਹਰ ਥਲੇ ਇਹ ਬਚਨ ਆਖਦੇ ਨੇ, ਮੈਂ ਤੈਨੂੰ ਇਹ ਬਖਿਆਨ ਕਰਕੇ ਗੱਲ ਕਹਿ ਰਿਹਾ, ਸੱਚੀ ਗੱਲ ਕਹਿ ਰਿਹਾ, ਇਹਦੇ ਵਿੱਚ ਕੁਛ ਨਹੀਂ ਤੇਰਾ। ਤੇਰਾ ਕੀ ਹੈ? ਜਦੋਂ ਰੱਬ ਕਿਰਪਾ ਕਰੇ, ਤੇਰਾ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਵਰ ਹੈ ਤੇ ਉਹਦਾ ਨਾਮ ਤੇਰਾ ਹੈ ਬਸ। ਜੇ ਤੇਰਾ ਸਾਥ ਕਿਸੇ ਨੇ ਦੇਣਾ ਹੈ ਤੇ ਸੁਪਨੇ ਨੇ ਨਹੀਂ ਦੇਣਾ। ਜੇ ਕਿਸੇ ਨੇ ਸਾਥ ਦੇਣਾ ਤੇ ਅਸਲੀਅਤ ਨੇ ਦੇਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਤਾਂ ਹੀ ਇਹ ਬਚਨ ਕਹਿੰਦੇ ਨੇ ਵੀ ਵੇਖ, ਸੁਪਨੇ ਨਾਲ ਰੰਗ ਨਹੀਂ ਲਾਣਾ, ਸੁਪਨੇ ਨਾਲ ਨੇ ਨਹੀਂ ਲਾਣਾ। ਮੂਰਖ ਲੋਕ ਕੇਵਲ ਸੁਪਨੇ ਵਿੱਚ ਨੂੰ ਆਪਣਾ ਜਾਣਦੇ ਨੇ। ਗਿਆਨੀ ਲੋਕ, ਗਿਆਨਵਾਨ ਲੋਕ, ਧਰਮੀ ਲੋਕ ਕਦੀ ਸੁਪਨੇ ਨੂੰ ਆਪਣਾ ਨਹੀਂ ਜਾਣਦੇ, ਸੱਚ ਨਹੀਂ ਜਾਣਦੇ। ਇਸ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੁਪਨੇ ਜੋ ਧਨ ਪਛਾਨ, ਕਾਹੇ ਪਰ ਕਰਤ ਮਾਨ। ਸੁਪਨੇ ਵਰਗੇ ਇਸ ਧਨ ਨੂੰ ਜਾਣ। ਜੇ ਤੇਰੇ ਕੋਲ ਦੌਲਤ ਹੈ, ਸਮਝ ਇਹ ਸੁਪਨਾ ਮੈਨੂੰ ਆ ਰਿਹਾ। ਅੱਜ ਲੱਖਾਂ ਪਤੀ ਹੈ, ਸਮਝ ਮੈਨੂੰ ਲੱਖਾਂ ਪਤੀ ਦਾ ਸੁਪਨਾ ਹੈ। ਇੱਕ ਨਾ ਇੱਕ ਦਿਨ ਸੁਪਨਾ ਟੁੱਟ ਜਾਣਾ ਹੈ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਵੀ ਇਹਦੇ ਵਿੱਚ ਕੁਛ ਵੀ ਤੇਰਾ ਨਹੀਂ। ਜੋ ਕੁਝ ਤੂੰ ਵੇਖਦਾ ਕੁਛ ਵੀ ਤੇਰਾ ਨਹੀਂ ਹੈ। ਇਹ ਤਾਂ ਸਭ ਜਿੰਨਾ ਚਿਰ ਤੱਕ ਤੇਰੀ ਰੂਹ ਤੇਰੇ ਸਰੀਰ ਵਿੱਚ ਮੌਜੂਦ ਹੈ ਔਰ ਤੈਨੂੰ ਗਿਆਨ ਨਹੀਂ ਹੈ, ਤੂੰ ਅਗਿਆਨੀ ਹੈ। ਤਾਂ ਅਗਿਆਨੀ ਹੋਣ ਕਰਕੇ ਤੂੰ ਸਮਝਣਾ ਵੀ ਇਹ ਜਗਤ ਹੀ ਸਾਰਾ ਕੁਝ ਹੈ, ਸੰਸਾਰ ਹੀ ਸਭ ਕੁਝ ਹੈ, ਮਾਇਆ ਹੀ ਸਭ ਕੁਝ ਹੈ, ਸਰੀਰ ਹੀ ਸਭ ਕੁਝ ਹੈ। ਤਾਂ ਇਹ ਸਭ ਤੋਂ ਵੱਡਾ ਪਾਤਸ਼ਾਹ ਜੀ ਕਹਿੰਦੇ ਨੇ ਭੁਲੇਖਾ ਹੈ। ਅਸਲ ਵਿੱਚ ਜੋ ਸਭ ਕੁਝ ਹੈ ਉਹ ਕੀ, ਉਹ ਕੌਣ ਹੈ? ਉਹ ਹੈ ਪਰਮ ਪਿਤਾ ਪਰਮੇਸ਼ਵਰ, ਸਰਬ ਕਲਾ ਸਮਰੱਥ। ਉਹੀ ਪਹਿਲਾਂ ਸੱਚ ਸੀ, ਉਹੀ ਅੱਜ ਸੱਚ ਹੈ, ਉਹ ਅੱਗੇ ਵੀ ਸੱਚ ਹੋਏਗਾ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਸਿਰਫ ਉਸਨੇ ਹੀ ਤੇਰੇ ਨਾਲ ਜਾਣਾ। ਇਸ ਕਰਕੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ ਵੀ ਸੁਪਨੇ ਨਾਲ ਨੇ ਨਹੀਂ ਲਾਣਾ। ਸੁਪਨੇ ਵਿੱਚ ਮਾਣਿਆ ਹੋਇਆ ਸੁਖ ਆਰਾਮ ਇਸ ਤਰ੍ਹਾਂ ਹੈ ਵੀ ਜਿਵੇਂ ਬੰਦਾ ਕਿਸੇ ਰਾਹੀ ਦੇ ਨਾਲ ਆਪਣੀ ਦੋਸਤੀ ਭਾਲ ਹੈ। ਤੇ ਰਾਹੀ ਨਾਲ ਦੋਸਤੀ ਕਿੰਨਾ ਚਿਰ ਹੈ? ਜਿੰਨਾ ਚਿਰ ਉਹਦਾ ਘਰ ਪਿੰਡ ਨਹੀਂ ਆਉਂਦਾ, ਉਹਨਾਂ ਚਿਰ ਤੇਰੇ ਨਾਲ ਤੁਰੇਗਾ। ਜਦੋਂ ਉਹਦਾ ਨਗਰ ਆ ਗਿਆ, ਪਿੰਡ ਆ ਗਿਆ, ਉਹ ਵਾਪਸ ਆਪਣੇ ਘਰ ਨੂੰ ਚਲਾ ਜਾਏਗਾ, ਫਿਰ ਤੂੰ ਇਕੱਲੇ ਦਾ ਇਕੱਲਾ। ਸੁਪਨਾ ਵੱਤ ਜੀਵਨ ਇਸ ਤਰ੍ਹਾਂ ਦਾ ਹੀ ਹੈ। ਜਿੰਨਾ ਚਿਰ ਤੂੰ ਆ ਰਿਹਾ, ਤੇਰੇ ਸੁਪਨੇ ਵਿੱਚ ਜੋ ਤੂੰ ਤੇ ਅਡੰਬਰ ਰਚਿਆ ਹੈ, ਉਹ ਸਾਰਾ ਕੁਝ ਸੁਪਨੇ ਵਿੱਚ ਹੁੰਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹਦੇ ਵਿੱਚ ਖੁਸ਼ ਨਹੀਂ ਹੋ, ਇਹਦੇ ਵਿੱਚ ਕੱਖ ਨਹੀਂ ਹੋ। ਤੇ ਸੁਪਨਾ ਆਉਂਦਾ ਕਿਵੇਂ ਹੈ? ਜਿਹੜੇ ਮਨੋ ਸਵਿੰਦ ਲੋਕ ਨੇ, ਮਨ ਦਾ ਵਿਸ਼ੇਸ਼ਣ ਕਰਨ ਵਾਲੇ ਲੋਕ ਨੇ, ਉਹ ਕਹਿੰਦੇ ਨੇ ਵੀ ਜੋ ਬੰਦਾ ਸਾਰਾ ਦਿਨ ਵੇਖਦਾ ਹੈ, ਸਾਰਾ ਦਿਨ ਸੋਚਦਾ ਹੈ, ਸਾਰਾ ਦਿਨ ਚਿਤਵਦਾ ਹੈ, ਸਾਰਾ ਦਿਨ ਮਾਣਦਾ ਹੈ,
ਉਹਨੂੰ ਸਬ ਕੌਂਸ਼ੀਅਸ ਮਾਈਂਡ ਜਿਹੜਾ ਹੈ ਰਾਤ ਨੂੰ ਸੁਪਨਾ ਬਣਾ ਕੇ ਪੇਸ਼ ਕਰ ਦਿੰਦਾ, ਕੁਝ ਹੋਰ ਦਾ ਹੋਰ ਬਣਾ ਕੇ ਪੇਸ਼ ਕਰ ਦਿੰਦਾ, ਜੋ ਨਹੀਂ ਅਸਲੀਅਤ ਉਹ ਵੀ ਅਸਲੀ ਵਿਖਾ ਦਿੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਆਖਰ ਸੁਪਨਾ ਤੇ ਸੁਪਨਾ ਹੀ ਹੈ। ਸੁਪਨੇ ਵਿੱਚ ਕਦੀ ਬੰਨੇ ਬੀਜੀਆਂ ਫਸਲਾਂ ਤੋਂ ਫਲ ਦੀ ਆਸ ਨਹੀਂ ਰੱਖਣੀ ਚਾਹੀਦੀ। ਸੁਪਨੇ ਵਿੱਚ ਉਹ ਸਾਰੇ ਘਰਾਂ ਵਿੱਚ ਵਸੇਬਾ ਰੱਖਣ ਦੀ ਕਹਿੰਦੇ ਕਦੀ ਵੀ ਆਸ ਨਾ ਰੱਖੀ, ਉਹ ਤਾਂ ਕੇਵਲ ਝੂਠ ਹੈ। ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਬਈ ਇਨ ਮੈਂ ਕੱਚ ਤੇਰੋ ਨਹੀਂ, ਇਹ ਤੂੰ ਸੁਪਨਾ ਵੇਖ ਰਿਹਾ ਹੈ, ਇਹਦੇ ਵਿੱਚ ਕੋਈ ਤੇਰਾ ਨਹੀਂ, ਨਾਨਕ ਕਹਿਓ ਬਖਾਨ। ਕਹਿੰਦੇ ਇਹ ਗੱਲ ਤੈਨੂੰ ਮੈਂ ਵਿਖਿਆਨ ਕਰਕੇ ਦੱਸਦਾ। ਇਹ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਇਸ 41ਵੇਂ ਸ਼ਲੋਕ ਵਿੱਚ ਗੁਰੂ ਕੇ ਸਵਾਰੇ ਸਾਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਆਗ ਤੇ ਬੈਰਾਗ ਦੀ ਮੂਰਤ, ਬਲੀਦਾਨ ਦੇ ਪੁੰਜ, 9ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ। ਤੇਗ ਬਹਾਦਰ ਸੇ ਮਾਰੇ। ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਉਹਨਾਂ ਵੱਲੋਂ ਉਚਾਰਨ ਕੀਤੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ। ਸਭ ਉਹਨਾਂ ਨਾਲ ਸੰਬੰਧਿਤ ਅਸਥਾਨਾਂ ਦੀ ਮਹੱਤਤਾ ਤੇ ਉਹਨਾਂ ਦਾ ਇਤਿਹਾਸ ਲੜੀਵਾਰ ਪੇਂਟ ਕੀਤਾ ਜਾ ਰਿਹਾ ਹੈ। ਸਭ ਥਾਈ ਹੋਏ ਸਹਾਈ। ਆਓ ਸਮੇਂ ਦਾ ਲਾਹਾ ਲੈਂਦੇ ਹੋਏ ਗੁਰ ਇਤਿਹਾਸ ਤੋਂ ਜਾਣੂ ਹੋਈਏ। ਤੇਗ ਬਹਾਦਰ